ਸਿਟੀ ਡ੍ਰੀਮ ਸੁਸਾਇਟੀ ਦਾ ਦੇਖ ਲਵੋ ਹਾਲ। ਸੁਪਨਿਆਂ ਦੀ ਸੁਸਾਇਟੀ ਲੋਕਾਂ ਦੇ ਤੋੜ ਰਹੀ ਹੈ ਸੁਪਨੇ। ਲੱਖਾਂ ਰੁਪਏ ਖਰਚਣ ਤੋਂ ਬਾਅਦ ਵੀ ਲੋਕ ਕਿਰਾਏ ਦੇ ਮਕਾਨਾਂ 'ਚ ਰਹਿਣ ਦੇ ਲਈ ਹੋਏ ਮਜਬੂਰ। ਮੋਹਾਲੀ ਤੋਂ ਖਰੜਵਾਲ ਨੂੰ ਜਾਂਦਿਆਂ ਲਾਂਡਰਾ ਰੋਡ ਦੇ ਉੱਤੇ ਬਣੀ SBP ਸੁਸਾਇਟੀ ਜੋ ਕਿ ਸਿਟੀ ਆਫ ਡ੍ਰੀਮ ਸੁਸਾਇਟੀ ਹੈ, ਜਿਸ ਨੂੰ ਸੁਪਨਿਆਂ ਦਾ ਘਰ ਵੀ ਕਿਹਾ ਜਾਂਦਾ ਹੈ। ਪਰ ਇਹ ਸੁਪਨਿਆਂ ਦੇ ਘਰ ਨਹੀਂ, ਸਗੋਂ ਲੋਕਾਂ ਦੇ ਸੁਪਨੇ ਤੋੜਦੀ ਹੋਈ ਸੁਸਾਇਟੀ ਹੈ। ਦੱਸਦੇ ਕਿ ਇਸ ਸੁਸਾਇਟੀ ਦੇ ਵਿੱਚ ਇੱਕ ਨਵੀਂ ਬਿਲਡਿੰਗ ਦਾ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ ਅਤੇ ਉਸ ਬਿਲਡਿੰਗ ਦੇ ਨਾਲ ਬਣੇ ਹੋਏ ਫਲੈਟਾਂ ਦੇ ਵਿੱਚ ਤਰੇੜਾਂ ਆ ਗਈਆਂ ਨੇ ਤਾਂ ਲੋਕ ਆਪਣੇ ਘਰ-ਬਾਰ ਛੱਡ ਕੇ ਹੁਣ ਕਿਰਾਏ ਦੇ ਮਕਾਨਾਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੋ ਚੁੱਕੇ ਨੇ। ਇਸ ਬਾਬਤ ਲੋਕਾਂ ਨੇ ਜਦੋਂ ਸੁਸਾਇਟੀ ਦੀ ਮੈਨੇਜਮੈਂਟ ਕਮੇਟੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਮੈਨੇਜਮੈਂਟ ਕਮੇਟੀ ਨੇ ਪਹਿਲਾਂ ਤਾਂ ਭਰੋਸਾ ਦਿਵਾਇਆ, ਪਰ ਮਹੀਨਾ ਡੇਢ ਮਹੀਨਾ ਬੀਤ ਜਾਣ ਤੋਂ ਬਾਅਦ ਜਦੋਂ ਕੋਈ ਵੀ ਹੱਲ ਹੁੰਦਾ ਨਾ ਨਜ਼ਰ ਆਇਆ ਤਾਂ ਉਹਨਾਂ ਨੇ ਮੀਡੀਆ ਦਾ ਸਹਾਰਾ ਲਿਆ ਅਤੇ ਮੀਡੀਆ ਦਾ ਸਹਾਰਾ ਲੈਣ ਤੋਂ ਬਾਅਦ ਲੋਕਾਂ ਨੇ ਮੀਡੀਆ ਮੂਹਰੇ ਆਪਣਾ ਦਰਦ ਬਿਆਨ ਕੀਤਾ ਕਿ ਕਿਸ ਤਰੀਕੇ ਦੇ ਨਾਲ ਉਹ ਨਾਲੇ ਤਾਂ ਆਪਣੇ ਮਕਾਨ ਦੀਆਂ ਕਿਸ਼ਤਾਂ ਭਰ ਰਹੇ ਨੇ ਅਤੇ ਦੂਜੇ ਪਾਸੇ ਉਹਨਾਂ ਨੂੰ ਬੇਘਰ ਹੋ ਕੇ ਰੈਂਟਾਂ ਦੇ ਉੱਤੇ ਧੱਕੇ ਖਾਣੇ ਪੈ ਰਹੇ ਨੇ। ਦੁੱਗਣਾ ਖਰਚਾ ਉਹ ਕਹਿੰਦੇ ਸਾਨੂੰ ਦੇਣਾ ਪੈ ਰਿਹਾ ਹੈ, ਕਿਉਂਕਿ ਇੱਕ ਤਾਂ ਸਾਡੇ ਮਕਾਨ ਦੀ ਕਿਸ਼ਤ ਜਾਂਦੀ ਹੈ, ਦੂਜੇ ਅਸੀਂ ਕਿਰਾਇਆ ਭਰ ਰਹੇ ਹਾਂ ਤਾਂ ਸਾਨੂੰ ਤਾਂ ਲੱਖਾਂ ਰੁਪਏ ਖਰਚਣ ਦਾ ਕੋਈ ਫਾਇਦਾ ਨਹੀਂ ਹੋਇਆ। ਅਸੀਂ ਤਾਂ ਆਪਣੇ ਸੁਪਨੇ ਲੈ ਕੇ ਆਏ ਸੀ, ਪਰ ਇਹਨਾਂ ਨੇ ਤਾਂ ਸਾਡੇ ਹੀ ਸੁਪਨੇ ਚੱਕੜਾਚੂਰ ਕਰ ਦਿੱਤੇ। ਪਰ ਉੱਧਰ ਜੇਕਰ ਗੱਲ ਕਰੀਏ ਤਾਂ ਜਦੋਂ ਸਾਡੀ ਟੀਮ ਨੇ ਸੁਸਾਇਟੀ ਮੈਂਬਰਾਂ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਮੈਂਬਰਾਂ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਹੋ ਪਾਈ, ਕਿਉਂਕਿ ਜਿੰਨੇ ਵੀ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਸਾਡੇ ਕੋਲ ਤਾਂ ਇਹ ਵਿਭਾਗ ਹੀ ਨਹੀਂ ਆਉਂਦਾ, ਤੁਸੀਂ ਦਫ਼ਤਰ ਜਾ ਕੇ ਗੱਲ ਕਰ ਲਵੋ। ਹੁਣ ਅਖੀਰ ਦੇ ਵਿੱਚ ਲੋਕਾਂ ਨੇ ਆਪਣਾ ਦਰਦ ਬਿਆਨ ਕਰਦੇ ਹੋਏ ਕਿਹਾ ਕਿ ਅਸੀਂ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਅਤੇ ਕੋਰਟ ਤੋਂ ਹੀ ਆਪਣਾ ਇਨਸਾਫ ਮੰਗਾਂਗੇ। ਪਰ ਸਾਨੂੰ ਪਤਾ ਲੱਗਿਆ ਕਿ ਸਾਡੇ ਕਵਰੇਜ ਕਰਨ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਜਿਹੜੀ ਸੁਸਾਇਟੀ ਦੀ ਮੈਨੇਜਮੈਂਟ ਕਮੇਟੀ ਆ ਉਹ ਐਕਸ਼ਨ ਦੇ ਵਿੱਚ ਆਈ ਆ ਤੇ ਉਸ ਨੇ ਲੋਕਾਂ ਨੂੰ ਦੁਬਾਰਾ ਆਪਣੇ ਦਫ਼ਤਰ ਬੁਲਾ ਕੇ ਭਰੋਸਾ ਦਿੱਤਾ ਗਾ ਕਿ ਅਸੀਂ ਤੁਹਾਡਾ ਹੱਲ ਕਰ ਦੇਵਾਂਗੇ, ਤੁਹਾਨੂੰ ਅਸੀਂ ਕਿਰਾਇਆ ਵੀ ਦੇਵਾਂਗੇ ਅਤੇ ਤੁਹਾਡੇ ਨੁਕਸਾਨ ਦੀ ਵੀ ਭਰਪਾਈ ਕਰਾਂਗੇ। ਇਹ ਖਬਰ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਈ ਆ, ਪਰ ਹਾਲੇ ਤੱਕ ਕੋਈ ਵੀ ਆਫੀਸ਼ੀਅਲ ਤੌਰ ਦੇ ਉੱਤੇ ਜਾਂ ਲਿਖਤੀ ਤੌਰ ਦੇ ਵਿੱਚ ਸਾਡੇ ਕੋਲ ਬਿਆਨ ਸਾਹਮਣੇ ਨਹੀਂ ਆਇਆ। 2 ਸਾਲ ਪਹਿਲਾਂ ਇਹਦੀ ਪੋਜੀਸ਼ਨ ਮਿਲੀ ਸੀਗੀ, ਠੀਕ ਹੈ। ਉਸ ਤੋਂ ਬਾਅਦ ਆ ਜਿਹੜੀ ਨਾਲ ਬਿਲਡਿੰਗ 14 ਮੰਜ਼ਲੀ ਇਹਨਾਂ ਦਾ ਸਟਰਕਚਰ ਤਿਆਰ ਹੋਣ ਲੱਗ ਪਿਆ ਤੇ ਇਹਨਾਂ ਨੂੰ 7-8 ਮਹੀਨੇ ਹੋ ਗਏ ਅਸੀਂ ਕੰਟੀਨਿਊ ਕੰਪਲੇਂਟ ਕਰ ਰਹੇ ਹਾਂ ਵੀ ਸਾਡੇ ਅੰਦਰ ਜਿਹੜੇ ਪੂਰੇ ਫਲੈਟ ਆ ਉਹ ਪੂਰੇ ਇੱਕ ਕਿਸਮ ਦੇ ਗਿਰਨ ਦੀ ਕਦਾਰ ਤੇ ਆ ਗਏ ਆ। ਇੰਨੀਆਂ ਜ਼ਿਆਦਾ ਦਰਾਰਾਂ ਹੋ ਗਈਆਂ, ਉਹਨਾਂ ਦਾ ਸਟਰਕਚਰ ਤੱਕ ਡਾਊਨ ਹੋ ਗਿਆ, ਬੀਮ ਤੱਕ ਤੁਸੀਂ ਦੇਖ ਸਕਦੇ ਹੋ, ਸਪੋਰਟਾਂ ਦੇਖ ਸਕਦੇ ਹੋ ਤੁਸੀਂ ਲੱਗੀਆਂ ਆ, ਪਰ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ। ਪਹਿਲਾਂ ਕਹਿੰਦੇ ਸੀ ਅਸੀਂ ਰੈਂਟ ਪੇ ਕਰਾਂਗੇ, ਇਹਨੂੰ ਠੀਕ ਕਰਾ ਕੇ ਦਾਂਗੇ। ਠੀਕ ਮਤਲਬ ਕਿਸ ਬੇਸ ਤੇ? ਨਾ ਤਾਂ 7 ਮਹੀਨੇ ਹੋ ਗਏ ਕੋਈ ਆਇਆ, ਨਾ ਕਿਸੇ ਨੇ ਰੈਂਟ ਪੇ ਕੀਤਾ, ਨਾ ਠੀਕ। ਅਸੀਂ ਆਪਦੀ ਜਾਨ ਬਚਾ ਕੇ ਇਹਨੂੰ ਛੱਡ ਕੇ ਅਸੀਂ ਇੱਥੋਂ ਚਲੇ ਗਏ ਕਿ ਬਈ ਜੇ ਗਿਰ ਗਿਆ ਤਾਂ ਕੌਣ ਰਿਸਪੌਂਸਿਬਿਲਟੀ ਹੋਊਗਾ। ਅਸੀਂ ਤਾਂ ਬਹੁਤ ਜ਼ਿਆਦਾ ਹਰਾਸਮੈਂਟ ਹੈ ਇਸ ਚੀਜ਼ ਤੋਂ। ਜਦ ਤੁਸੀਂ ਇਹ ਖਰੀਦਿਆ ਸੀਗਾ ਹਾਂਜੀ, ਤਾਂ ਤੁਹਾਡੇ ਨਾਲ ਕੀ ਮੰਨ ਲਓ ਵਾਅਦੇ ਕੀਤੇ ਗਏ ਸੀ ਕਿ ਫੈਸਿਲਿਟੀਆਂ ਸੀਗੀਆਂ? ਵਾਅਦੇ ਸਰ ਇਹਨਾਂ ਨੇ ਕਿਹਾ ਸੀ ਵੀ ਪੂਰੀ ਡਿਵੈਲਪ ਕਲੋਨੀ ਹੋਊਗੀ, ਠੀਕ ਹੈ, ਬੱਚਿਆਂ ਨੂੰ ਕੋਈ ਨੁਕਸਾਨ ਨਹੀਂ ਹੋਊਗਾ। ਇਹ ਤਾਂ ਜਿੱਦਣ ਦੇ ਅਸੀਂ ਆਏ ਹਾਂ ਉਦੋਂ ਦੀ ਬਿਲਡਿੰਗ ਬਣ ਰਹੀ, ਕੋਈ ਪਲੇਟਾਂ ਗਿਰਦੀਆਂ, ਕੋਈ ਇੱਥੇ ਵੈਸੇ ਮਰ ਰਿਹਾ ਤੇ ਇਹਨਾਂ ਨੇ ਤਾਂ ਕੋਈ ਸੇਫਟੀ ਹੀ ਨਹੀਂ ਰੱਖੀ। ਜਿਹੜੇ ਸਾਡੇ ਫਲੈਟ ਬਣ ਕੇ ਜਦ ਪੋਜੀਸ਼ਨ ਦਿੱਤੀ ਉਸ ਤੋਂ ਬਾਅਦ ਇਹਨਾਂ ਨੂੰ 14 ਮੰਜ਼ਿਲ ਬਿਲਡਿੰਗ ਦਾ ਕੰਮ ਚਲਾਉਣ ਦੀ ਕਿਹੜੀ ਲੋੜ ਸੀ? ਜਾਂਦਾ ਪਹਿਲਾਂ ਹੀ ਸਾਨੂੰ ਦੱਸ ਦਿੰਦੇ ਵੀ ਨਾਲ ਬਣਨੀ ਆ, ਵੀ ਅਸੀਂ ਲੈਂਦੇ ਹੀ ਨਾ। ਫੈਕਟ ਹੈ ਸਰ। ਹੁਣ ਤੁਸੀਂ ਗੱਲ ਕੀਤੀ ਮੇਨਟੇਨੈਂਸ ਕੰਪਨੀ? ਮੈਂ ਸਰ 82 ਇਹਨਾਂ ਦੇ ਹੈੱਡ ਆਫਿਸ ਵੀ ਜਾ ਕੇ ਆਇਆ, ਉੱਥੇ ਵੀ ਗੱਲ ਹੋਈ ਹੈ। ਇੱਥੇ ਇਹਨਾਂ ਦੇ ਮੇਨਟੇਨੈਂਸ ਦੇ ਆਫਿਸ ਦੇ ਅੰਦਰ ਬੈਠੇ ਆ, ਉਹਨਾਂ ਨਾਲ ਵੀ ਗੱਲ ਹੋਈ ਆ ਤੇ ਉਹ ਕਹਿੰਦੇ ਵੀ ਅਸੀਂ ਜਿੱਦਾਂ ਸਾਡਾ ਮਤਲਬ ਟਾਈਮ ਲੱਗੂਗਾ ਤਾਂ ਅਸੀਂ ਇਹਨਾਂ ਨੂੰ ਦੇਖਾਂਗੇ, ਵਿਜ਼ਿਟ ਤੱਕ ਨਹੀਂ ਕਰਨ ਆਇਆ ਅੱਜ ਤੱਕ ਕੋਈ। ਠੀਕ ਹੈ, ਹੁਣ ਦੱਸੋ ਅਸੀਂ ਕਿਹਦੇ ਨਾਲ ਲੜੀਏ? ਸਾਨੂੰ ਤਾਂ ਇਹ ਹੀ ਨਹੀਂ ਪਤਾ ਵੀ ਅਸੀਂ ਜੇ ਕਰੀਏ ਤਾਂ ਕਰੀਏ ਕੀ। ਹੁਣ ਲਾਸਟ ਆਪਸ਼ਨ ਅਸੀਂ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ, ਗੱਲ ਵੀ ਉੱਥੋਂ ਹੀ ਮੰਗਾਂਗੇ ਵੀ ਸਾਨੂੰ ਜੋ ਕੰਪਨਸੇਸ਼ਨ ਦਿੱਤਾ ਜਾਵੇ। ਦੱਸੋ ਕਿ ਜਾਂ ਤਾਂ ਸਾਡੀ ਬਿਲਡਿੰਗ ਹੈ, ਜਾਂ ਅਸੀਂ ਮਰ ਜਾਈਏ, ਜਾਂ ਅਸੀਂ ਆਪਦੀ ਇੱਥੇ ਆਤਮ ਹੱਤਿਆ ਕਰ ਲਈਏ। ਇਹੀ ਹੋ ਸਕਦਾ, ਹੋਰ ਤਾਂ ਕੁਝ ਨਹੀਂ ਹੋ ਸਕਦਾ। ਕਿੰਨਾ ਕੁ ਨੁਕਸਾਨ ਹੋ ਰਿਹਾ? ਨੁਕਸਾਨ ਵੀਡੀਓ ਦੇ ਵਿੱਚ ਕਲੀਅਰ ਹੀ ਹੈ ਵੀ ਸਟਰਕਚਰ ਹੀ ਉਹ ਖਤਮ ਹੋ ਗਿਆ। ਜੇ ਉਹਨੂੰ ਰਿਪੇਅਰ ਵੀ ਕਰਕੇ ਦਿੰਦੇ ਉਹ ਤਾਂ ਸਾਲ 2 ਸਾਲ ਬਾਅਦ ਫੇਰ ਗਿਰਨ ਵਾਲਾ ਕੰਮ ਹੋ ਜਾਊਗਾ। ਵੀ ਉਹਦੇ ਵਿੱਚ ਤਾਂ ਇਹੀ ਆ ਸਾਡੇ ਛੋਟੇ ਛੋਟੇ ਬੱਚੇ ਕੱਲ੍ਹ ਨੂੰ ਇਹ ਵੀ ਮਰਨਗੇ ਜੇ ਅਸੀਂ ਇਹ 'ਚ ਰਹੀਏ। ਤਾਂ ਹਾਰ ਕੇ ਅਸੀਂ ਛੱਡ ਲਿਆ ਬਈ ਅਸੀਂ ਨਹੀਂ ਰਹਿਣਾ। ਹੁਣ ਤੁਹਾਡੀ ਡਿਮਾਂਡ ਕੀ ਹੈ? ਸਾਡੀ ਡਿਮਾਂਡ ਇਹੀ ਹੈ, ਜਾਂ ਤਾਂ ਇਹਨੂੰ ਬਾਈ ਬੈਕ ਕਰਨ, ਠੀਕ ਹੈ, ਜੋ ਮਾਰਕੀਟ ਵੈਲਿਊ ਉਹ ਸਾਨੂੰ ਦੇਣ, ਬਈ ਸਾਡਾ ਮਨ ਦਾ ਸੰਤੁਸ਼ਟੀ ਹੋਣਾ, ਇਹਨੂੰ ਤੋੜ ਕੇ ਬਣਾਉਣ। ਜੇ ਨੈਕਸਟ ਵੀ ਕਿਸੇ ਨੂੰ ਦੇਣਾ ਵੀ ਉਹਨੂੰ ਮਾਰਨ ਨਾ, ਵੀ ਐਵੇਂ ਨਾ ਦੇਣ। ਅਸੀਂ ਤਾਂ ਇਹ ਵੀ ਡਿਮਾਂਡ ਕਰਦੇ ਹਾਂ। SBP 40 ਨੰਬਰ ਫਲੈਟ ਹੈ ਆਪਣਾ, ਸੈਕਟਰ 115 GK ਰੈਜ਼ੀਡੈਂਸੀ ਅਸੀਂ ਰਹਿੰਦੇ, ਗਰਾਊਂਡ ਫਲੋਰ ਤੇ ਫਲੈਟ ਹੈ। ਮੈਂ ਹੁਣੇ ਵੀਡੀਓ 'ਚ ਤੁਹਾਨੂੰ ਦਿਖਾ ਚੁੱਕੀ ਹਾਂ ਫਲੈਟ ਦੇ ਅੰਦਰ ਇੰਨੀ ਕਿ ਜ਼ਿਆਦਾ ਡੈਮੇਜਸ ਹੋ ਚੁੱਕੀਆਂ ਕਿ ਅਗਰ ਅਸੀਂ ਰੀਸੇਲ 'ਚ ਕਿਸੇ ਨੂੰ ਦਿਖਾਉਂਦੇ ਵੀ ਹੈ ਨਾ, ਉਹ ਵੀ ਖੌਫ ਖਾਂਦਾ ਹੈ ਕਿ ਨਹੀਂ ਅਸੀਂ ਪੈਸੇ ਲਾ ਕੇ ਵੀ ਮੌਤ ਖਰੀਦਣ ਵਾਲੀ ਗੱਲ ਹੈ। ਹੋਰ ਸਾਨੂੰ ਇੱਥੇ ਕੁਝ ਨਹੀਂ ਦਿਖਦਾ ਪਿਆ। ਈਵਨ ਸਾਡੇ ਟੀਨੇਟਸ ਰਹਿੰਦੇ ਸੀ,
ਟੀਨੇਜ ਪਹਿਲਾਂ ਹਸਬੈਂਡ ਵਾਈਫ ਰਹਿੰਦੇ ਸੀ ਚਲੋ ਬੱਚਿਆਂ ਵਾਲਾ ਦਿਮਾਗ ਸੀ ਨਿਊ ਮੈਰਿਜ ਹੋਈ ਹੈ ਰਹਿੰਦੇ ਰਹੇ ਉਹ ਤੋਂ ਬਾਅਦ ਉਹਨਾਂ ਦੇ ਪੇਰੈਂਟਸ ਵਿਜ਼ਿਟ ਤੇ ਆ ਗਏ ਵੀ ਦੱਸੋ ਤਾਂ ਸਹੀ ਤੁਸੀਂ ਰਹਿੰਦੇ ਕਿੱਥੇ ਪਿਓ ਉਹਦੇ ਬਾਪ ਨੇ ਕਿਹਾ ਮੇਰਾ ਕੱਲਾ ਪੁੱਤ ਹੈ ਭਾਈ ਤੂੰ ਕਿਰਾਇਆ ਹੀ ਛੱਡ ਦੇ ਤੇਰਾ ਗਿਆ ਹੋਇਆ ਵੱਧ ਤੋਂ ਵੱਧ 20,000 ਦਾ ਨੁਕਸਾਨ ਹੋ ਜੂ ਪਰ ਇਹਨੂੰ ਫਲੈਟ ਨੂੰ ਛੱਡ ਦੇ ਅਗਲਿਆਂ ਨੇ ਉਸੇ ਟਾਈਮ ਫਲੈਟ ਖਾਲੀ ਕੀਤਾ ਤੇ ਸਾਡੇ ਤੋਂ ਸਿਕਿਉਰਿਟੀ ਵਾਪਸ ਲਈ ਮਤਲਬ ਕਿ ਖਰੀਦਣਾ ਤਾਂ ਦੂਰ ਦੀ ਗੱਲ ਟੀਨੇਟ ਵੀ ਰੈਂਟ ਤੇ ਵੀ ਨਹੀਂ ਰਹਿਣਾ ਚਾਹੁੰਦਾ ਉਸ ਤੋਂ ਬਾਅਦ 2 ਸਾਲ 1.5 ਸਾਲ ਅਸੀਂ ਪਹਿਲਾਂ ਇੱਥੇ ਰਹਿ ਕੇ ਗਏ ਹਾਂ ਉਸ ਟਾਈਮ ਤੇ ਇਹ ਸੀ ਮੇਰੇ 2 ਬੱਚੇ ਹੈ ਹੁਣ ਉਹ 2 ਸਾਲ ਦੀ ਹੋਈ ਹੈ ਇਹ ਤੋਂ ਵੀ ਛੋਟੀ ਹੋਊਗੀ ਉਸ ਟਾਈਮ ਤੇ ਦੂਜੀ 3 ਸਾਲ ਦੀ ਗੁੜੀਆ ਹੈ ਮਤਲਬ ਉਹਨਾਂ ਨੂੰ ਅਸੀਂ ਇੰਡੀਪੈਂਡੈਂਟਲੀ ਬਾਲਕੋਨੀ 'ਚ ਨਹੀਂ ਖੜਾ ਸਕਦੇ ਪਾਰਕ ਭੇਜਣਾ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਉਸ ਤੋਂ ਬਾਅਦ ਤੁਸੀਂ ਇੱਕ ਗੱਲ ਦੱਸੋ ਆਹ ਪਾਈਪਾਂ ਦੇ ਸਹਾਰੇ ਐਡੀ ਬੜੀ ਬਿਲਡਿੰਗ ਟਿਕ ਜੂਗੀ ਨਹੀਂ ਟਿਕ ਸਕਦੀ ਜੇ ਹੁਣ ਟਿਕਾ ਵੀ ਦੇਣਗੇ ਹਲੇ ਤਾਂ ਇਕੱਲਾ ਬਿਲਡਿੰਗ ਦਾ ਭਾਰ ਹੈ ਕੱਲ੍ਹ ਨੂੰ ਬੰਦਿਆਂ ਦਾ ਵੀ ਭਾਰ ਆਉਣਾ ਇਹ 'ਚ ਜਿਨ੍ਹਾਂ ਨੇ ਆਉਣਾ ਹੈ ਉਹ ਤੋਂ ਬਾਅਦ ਫਰਨੀਚਰ ਦਾ ਆਉਣਾ ਹੈ ਕਿੰਨੇ ਘਰ ਦੇ ਸਮਾਨ ਹੋ ਜਾਂਦੇ ਆ ਤੁਸੀਂ ਵੀਡੀਓ 'ਚ ਦੇਖਿਆ ਹੋਣਾ ਸਾਡੇ ਜਿੰਨਾ ਫਲੈਟ ਦਾ ਸਮਾਨ ਹੈ ਸੋਫਾ ਇਹ ਘੱਟੋ ਘੱਟ 35 ਤੋਂ 40,000 ਰੁਪਏ ਦਾ ਉਹ ਸਾਰਾ ਡੈਮੇਜ ਹੈ ਬੈੱਡ ਡੈਮੇਜ ਹੈ ਮੈਂ ਸੁਸਾਇਟੀ ਗਰੁੱਪ 'ਚ ਆਲਰੇਡੀ ਇੱਕ ਬੈੱਡ ਵੇਚ ਵੀ ਚੁੱਕੀ ਹਾਂ ਕੀ ਵੇਚੀਏ ਸਿਰ ਤੇ ਥੋੜ੍ਹੀ ਰੱਖ ਲੈਣਾ ਇਹ ਸਮਾਨ ਕਿੱਥੇ ਰੱਖੀਏ ਇਹਨਾਂ ਨੂੰ ਕੋਈ ਪਰਵਾਹ ਨਹੀਂ ਉੱਪਰੋਂ ਇਹਨਾਂ ਦਾ ਕੋਈ ਰਣਜੀਤ ਹੈ ਉਹ ਕਹਿੰਦੇ ਪਏ ਆ ਤੁਸੀਂ ਇਕੱਠ ਹੀ ਕਰ ਲਓ ਅਸੀਂ ਕਿਰਾਇਆ ਵੀ ਨਹੀਂ ਪਾਉਂਦੇ ਮਤਲਬ ਇਹਨਾਂ 'ਚ ਇੰਨੀ ਕੁ ਜ਼ਿਆਦਾ ਬਦਮਾਸ਼ੀ ਵੱਧ ਗਈ ਹੈ ਵੀ ਇਹ ਕੁਝ ਨਹੀਂ ਕਰਨਾ ਚਾਹੁੰਦੇ ਉਹਨਾਂ ਨੂੰ ਘਰ ਬੈਠੇ ਇਹ ਬਿਲਡਿੰਗ ਨੂੰ ਵੇਚਣਗੇ 200-400 ਕਰੋੜ ਰੁਪਏ ਕਮਾਉਣਗੇ ਉਹਨਾਂ ਦੀ ਜੇਬ ਭਰ ਗਈ ਕੱਲ੍ਹ ਨੂੰ 500 ਬੰਦਾ ਮਰੇ 200 ਮਰੇ 100 ਮਰੇ ਕੋਈ ਪਰਵਾਹ ਨਹੀਂ ਕਿਸੇ ਦੀ ਅਸੀਂ ਮਤਲਬ ਇਹਨਾਂ ਨੇ ਫਸਟ ਟਾਈਮ ਜਦੋਂ ਥੋੜੀ ਹਲਕੀ ਤਰੇੜਾਂ ਆਈਆਂ ਤਾਂ ਉਹਨਾਂ ਨੇ ਠੀਕ ਕਰਵਾ ਕੇ ਦੇ ਦਿੱਤਾ ਤੇ ਉਸ ਤੋਂ ਬਾਅਦ ਮਤਲਬ ਵੱਡੇ ਨਾ ਖਲੇਪੜ ਟਾਈਪ ਉਤਰਨ ਲੱਗ ਗਏ ਉਹਦੇ ਤੋਂ ਅਸੀਂ ਇਹਨਾਂ ਨੂੰ ਬੁਲਾਇਆ ਤੇ ਇਹਨਾਂ ਦੇ ਪ੍ਰੋਜੈਕਟ ਮੈਨੇਜਰ ਹੈ ਮੈਨੂੰ ਨਹੀਂ ਪਤਾ ਪਰ ਨਾਮ ਹੈਗਾ ਉਹਨਾਂ ਦਾ ਰਾਣਾ ਜੀ ਹੈ ਤੇ ਉਹ ਸਾਰੀ ਵੀਡੀਓਜ਼ ਵਗੈਰਾ ਬਣਾ ਕੇ ਲੈ ਕੇ ਗਏ ਉਸ ਤੋਂ ਬਾਅਦ ਇਹਨਾਂ ਦੇ ਇੰਜੀਨੀਅਰ ਵਗੈਰਾ ਸਾਰੇ ਆਏ ਉਹਨਾਂ ਨੇ ਚੈੱਕ ਕੀਤਾ ਸਾਰਾ ਫਲੈਟ ਚੈੱਕ ਕੀਤਾ ਤੇ ਉਹ ਕਹਿੰਦੇ ਕਿ ਤੁਸੀਂ ਮਤਲਬ ਅਸੀਂ ਤੁਹਾਨੂੰ ਸਾਰਾ ਰਿਪੇਅਰ ਕਰਕੇ ਦੇਵਾਂਗੇ ਅਸੀਂ ਕਿਹਾ ਠੀਕ ਹੈ ਸਰ ਅਸੀਂ ਪੂਰਾ ਇਹਨਾਂ ਨਾਲ ਕੋਆਪਰੇਟ ਕੀਤਾ ਜਿੱਦਾਂ ਇਹਨਾਂ ਨੇ ਸਾਨੂੰ ਕਿਹਾ ਇਹ ਕਹਿੰਦੇ ਕਿ ਤੁਸੀਂ ਮਤਲਬ ਫਲੈਟ ਲੈ ਲਓ ਅਸੀਂ ਤੁਹਾਨੂੰ ਰੈਂਟ ਪੇ ਕਰ ਦਾਂਗੇ ਅਸੀਂ ਕਿਹਾ ਠੀਕ ਹੈ ਅਸੀਂ ਇੱਧਰ ਸਾਡਾ ਆਪਣਾ ਇੱਕ ਹੋਰ ਫਲੈਟ ਹੈ ਮਤਲਬ ਮੇਰੀ ਨਨਾਣ ਦਾ ਫਲੈਟ ਹੈਗਾ ਤੇ ਅਸੀਂ ਉਹਨਾਂ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਕਿ ਚਲੋ ਤੁਸੀਂ ਸ਼ਿਫਟ ਕਰ ਜਾਓ ਅਸੀਂ ਇਹਨਾਂ ਨਾਲ ਗੱਲ ਕੀਤੀ ਕਿ ਸਾਡੇ ਦਾ ਫਲੈਟ ਹੈਗਾ ਅਸੀਂ ਉਹ ਦੇ ਰਹੇ ਹਾਂ ਬਟ ਸਾਨੂੰ ਰੈਂਟ ਦੇਣਾ ਹੀ ਪੈਣਾ ਉਹ ਕਹਿੰਦੇ ਕੋਈ ਨਹੀਂ ਤੁਸੀਂ ਸ਼ਿਫਟ ਹੋ ਜਾਓ ਅਸੀਂ ਤੁਹਾਨੂੰ ਰੈਂਟ ਦੇ ਦਾਂਗੇ ਤੁਸੀਂ ਸਾਨੂੰ ਦੱਸ ਦਿਓ ਤੇ ਪਿਛਲਾ ਅਸੀਂ 4 ਜੁਲਾਈ ਨੂੰ ਇੱਥੇ ਸ਼ਿਫਟ ਹੋ ਗਏ ਸੀਗੇ ਤੇ ਮੇਰੇ ਹਸਬੰਡ ਨੇ ਗੱਲ ਕੀਤੀ ਇਹਨਾਂ ਨਾਲ ਕਿ ਵੀ ਉਹ 20,000 ਰੁਪਏ ਰੈਂਟ ਉਹ ਪਹਿਲਾਂ ਜਿਹੜੇ ਕਿਰਾਏਦਾਰ ਸੀ ਉਹ ਦੇ ਰਹੇ ਸੀਗੇ ਤੇ ਅਸੀਂ 20,000 ਰੈਂਟ ਦੇਣਾ ਉਹਨਾਂ ਨੂੰ ਅਸੀਂ ਉਹਨਾਂ ਦਾ ਹੀ ਮਤਲਬ ਅਕਾਊਂਟ ਨੰਬਰ ਵਗੈਰਾ ਸਾਰਾ ਇਹਨਾਂ ਨੂੰ ਦੇ ਦਿੱਤਾ ਕਿ ਤੁਸੀਂ ਸਿੱਧਾ ਪਾ ਦਿਓ ਕਿ ਤੁਹਾਡੇ ਦਿਮਾਗ 'ਚ ਇਹ ਨਾ ਹੋਵੇ ਕਿ ਸ਼ਾਇਦ ਅਸੀਂ ਵਿੱਚੋਂ ਕੁਝ ਖਾ ਪੀ ਰਹੇ ਹਾਂ ਕੁਝ ਵੀ ਹੈਗਾ ਕਿਉਂਕਿ ਫਿਰ ਇਹਨਾਂ ਨੇ ਕੀ ਕੀਤਾ ਮੇਰੇ ਹਸਬੰਡ ਨੂੰ ਫੋਨ ਕਰਕੇ ਕਹਿੰਦੇ ਕਿ ਅਸੀਂ 20 ਨਹੀਂ ਦੇਣਾ ਅਸੀਂ 14,000 ਰੈਂਟ ਦੇਣਾ ਆ ਤੇ ਮੇਰੇ ਹਸਬੰਡ ਕਹਿੰਦੇ ਵੀ ਇਹ ਤਾਂ ਗੱਲ ਗਲਤ ਹੈ ਕਿ ਜਦੋਂ ਤੁਸੀਂ ਸਾਡੇ ਨਾਲ ਰੈਂਟ ਦੀ ਪਹਿਲਾਂ ਗੱਲ ਹੋਈ ਆ ਤਾਂ ਐਟਲੀਸਟ ਤੁਸੀਂ ਸਾਡਾ ਇੰਨਾ ਕੁ ਤਾਂ ਸੁਣੋ ਉਹਨਾਂ ਨੇ ਨਹੀਂ ਸੁਣਿਆ ਹੁਣ ਮਤਲਬ ਸਾਨੂੰ ਇੰਨੀ ਕੁ ਪ੍ਰੋਬਲਮ ਆ ਰਹੀ ਇੱਕ ਤਾਂ ਸਮਾਨ ਸਾਡਾ ਇੱਧਰ ਖਰਾਬ ਹੋ ਰਿਹਾ ਤੇ ਅੱਧਾ ਸਮਾਨ ਸਾਡਾ ਉੱਧਰ ਖਰਾਬ ਹੋ ਰਿਹਾ ਸਾਡਾ ਏਸੀ ਵਗੈਰਾ ਸਾਰਾ ਖਰਾਬ ਹੋ ਚੁੱਕਾ ਆਲਮੋਸਟ ਤੁਸੀਂ ਦੇਖ ਹੀ ਲਿੱਤਾ ਹੋਣਾ ਸਾਰਾ ਕੁਝ ਅੰਦਰ ਸਾਰਾ ਕੁਝ ਖਰਾਬ ਹੋ ਚੁੱਕਾ ਸਾਡਾ ਬੈੱਡ ਇੰਨਾ ਅਸੀਂ ਮਹਿੰਗਾ ਉਹਦੇ ਨਾਲ ਬਣਵਾਇਆ ਸੀਗਾ ਸਾਰਾ ਸਾਡਾ ਬੈੱਡ ਖਰਾਬ ਹੋ ਗਿਆ ਪਿੱਛੋਂ ਪਾਣੀ ਆਂਦਾ ਸੀਗਾ ਤਰਾਈ ਕੀਤੀ ਸੀ ਇਹਨਾਂ ਨੇ ਸਾਡਾ ਪਾਣੀ ਸਾਰਾ ਬੈੱਡ ਵਿੱਚ ਆ ਗਿਆ ਕਦੋਂ ਤੋਂ ਲੱਗਿਆ ਮਤਲਬ ਤਰੇੜਾਂ ਕਦੋਂ ਤੋਂ ਲੱਗੀਆਂ ਇਹ ਸਾਡੇ ਆਲਮੋਸਟ ਮੇਰਾ ਖਿਆਲ ਸਾਲ ਹੋ ਹੀ ਗਿਆ ਆ ਸਾਲ ਤੋਂ ਆ ਹੀ ਰਹੀਆਂ ਸੀਗੀਆਂ ਸਾਡੇ ਤਰੇੜਾਂ ਪਹਿਲਾਂ ਥੋੜ੍ਹੀਆਂ ਆਈਆਂ ਸੀਗੀਆਂ ਉਦੋਂ ਇਹਨਾਂ ਨੇ ਸਿਰਫ ਕਵਰ ਅਪ ਜਿਹਾ ਕਰਤਾ ਸੀਗਾ ਥੋੜਾ ਵੀ ਰਿਪੇਅਰ ਕਰ ਦਿੱਤੀ ਸੀਗੀ ਲੇਕਿਨ ਹੁਣ ਤਾਂ ਬਹੁਤ ਜ਼ਿਆਦਾ ਹੀ ਆ ਗਿਆ ਸੀ ਉਸ ਤੋਂ ਬਾਅਦ ਫਿਰ ਅਸੀਂ ਉਹਨਾਂ ਨੂੰ ਮਤਲਬ ਜਦੋਂ ਅਸੀਂ ਡਾਇਰੈਕਟ ਗੱਲ ਕੀਤੀ ਤਾਂ ਇਹਨਾਂ ਨੇ ਥੋੜਾ ਜਿਹਾ ਐਕਸ਼ਨ ਲਿੱਤਾ ਬਟ ਉਹਦੇ ਵਿੱਚ ਵੀ ਸਾਨੂੰ ਹੁਣ 2 ਮਹੀਨੇ ਹੋ ਗਏ ਸਾਨੂੰ ਇਹ ਦੱਸ ਵੀ ਨਹੀਂ ਰਹੇ ਕਦੋਂ ਇਹਨਾਂ ਨੇ ਕੰਮ ਸ਼ੁਰੂ ਕਰਨਾ ਹੈ ਕਦੋਂ ਨਹੀਂ ਕਰਨਾ ਇਵਨ ਕਹਿੰਦੇ ਕਿ ਵੀ ਨੀਹਾਂ ਵਿੱਚ ਹੀ ਕੋਈ ਪ੍ਰੋਬਲਮ ਹੈਗੀ ਆ ਤੇ ਉਹ ਨੀਹਾਂ ਨਾਲ ਹੀ ਤੁਸੀਂ ਸਾਡੇ ਫਲੈਟ ਨੂੰ ਅਸੀਂ ਸਹਾਰਾ ਦੇਵਾਂਗੇ ਕੀ ਦੇਵਾਂਗੇ ਆਈ ਡੋਂਟ ਨੋ ਕਿ ਜੋ ਵੀ ਮੇਰੇ ਹਸਬੰਡ ਨਾਲ ਗੱਲ ਹੋਈ ਇਹਨਾਂ ਦੀ ਬਟ ਹਾਲੇ ਤੱਕ ਕੁਝ ਨਹੀਂ ਹੋ ਰਿਹਾ ਸਿਰਫ ਉਹ ਨੀਹਾਂ 'ਤੇ ਹੀ ਕੁਝ ਕਰਦੇ ਪਏ ਨੇ ਫਲੈਟ ਵਿੱਚ ਤਾਂ ਕੁਝ ਨਹੀਂ ਕਰ ਰਹੇ ਕਿਉਂਕਿ 6 ਮਹੀਨੇ ਤਾਂ ਐਟਲੀਸਟ ਕਿਤੇ ਨਹੀਂ ਗਏ ਹੈਗੇ ਜੇ ਇੱਦਾਂ ਹੀ ਸਾਨੂੰ ਹੀ ਕਿਰਾਇਆ ਦੇਣਾ ਪੈਣਾ ਤਾਂ ਸਾਡਾ ਫਾਇਦਾ ਕੁਝ ਨਹੀਂ ਹੈਗਾ ਇੱਕ ਤਾਂ ਸਾਡਾ ਫਲੈਟ ਦਾ ਹੋ ਜਾ ਰਿਹਾ ਸਾਡੇ ਬਿਜਲੀ ਦੇ ਬਿੱਲ ਸਾਡਾ ਇੱਧਰੋਂ ਵੀ ਜਾ ਰਿਹਾ ਤੇ ਉੱਧਰੋਂ ਵੀ ਜਾ ਰਿਹਾ ਇੱਕ ਬਿਜਲੀ ਦਾ ਬਿੱਲ ਸਾਡਾ ਇੱਧਰ 3500 ਰੁਪਏ ਉੱਧਰ 6500 ਰੁਪਏ ਹੈ ਤੁਸੀਂ ਦੇਖੋ ਅਸੀਂ 20,000 ਰੁਪਏ ਅਸੀਂ ਕਿਰਾਇਆ ਦਈਏ ਤੇ ਉੱਪਰੋਂ ਅਸੀਂ 10-12,000 ਰੁਪਏ ਅਸੀਂ ਬਿੱਲ ਦਈਏ ਮਤਲਬ ਇੱਕ ਮਿਡਲ ਕਲਾਸ ਫੈਮਿਲੀ ਵਾਸਤੇ ਮੇਰੇ ਖਿਆਲ ਨਾਲ ਤਾਂ ਬੇਵਕੂਫੀ ਹੈ ਸਾਡੇ ਵਾਸਤੇ ਖਰਚਾ ਪੈ ਰਿਹਾ ਤੁਹਾਨੂੰ ਹਾਂਜੀ ਬਿਲਕੁਲ ਉੱਪਰੋਂ ਮੇਨਟੇਨੈਂਸ ਸਾਨੂੰ ਦੇਣੀ ਪੈਂਦੀ ਹੈ ਮੇਨਟੇਨੈਂਸ ਸਾਨੂੰ ਇਵਨ ਹਾਂ ਇਹ ਉਹ ਤਾਂ ਫਿਰ ਸਾਰਿਆਂ ਦੀ ਆਲਮੋਸਟ ਸਾਰਿਆਂ ਦੀ EMI 23,000 ਰੁਪਏ ਅਸੀਂ EMI ਦੇ ਰਹੇ ਹਾਂ ਇਹਦੀ ਤੇ ਬਣਾਇਆ ਹੋਊਗਾ ਹਨਾ ਹਾਂਜੀ ਲੋਨ ਤੇ ਓਬਵੀਅਸ ਹੈ ਜੀ ਮਿਡਲ ਕਲਾਸ ਫੈਮਿਲੀ ਹੈ ਕਿ ਮਤਲਬ ਡਾਇਰੈਕਟ ਤਾਂ ਲੈ ਨਹੀਂ ਸਕਦੇ ਇੰਨੇ ਮਹਿੰਗੇ ਫਲੈਟ ਲੈ ਕੇ ਅਸੀਂ ਬੈਠ ਜਾਈਏ ਹੁਣ ਹਰ ਮਹੀਨੇ ਅਸੀਂ 23,000 ਰੁਪਏ ਸਾਡੀ ਉਹ ਕਿਸ਼ਤ ਜਾਂਦੀ ਹੈ ਬਿਲਕੁਲ ਮਤਲਬ ਦੇਖ ਲਓ ਪਰੇਸ਼ਾਨ ਹੈ ਤੁਹਾਡੀ ਮੰਗ ਕੀ ਹੈ ਵੀ ਤੁਹਾਨੂੰ ਫਲੈਟ ਨਵਾਂ ਮਿਲੇ ਜਾਂ ਤੁਹਾਡੀ ਇਹਦੀ ਮਰਮਤ ਹੋ ਜੇ ਭਰਪਾਈ ਹੋ ਜੇ ਅਸਲ ਮੰਗ ਪਰ ਮੁਰੰਮਤ ਦਾ ਤਾਂ ਫਾਇਦਾ ਕੋਈ ਨਹੀਂ ਹੈਗਾ ਕਿਉਂਕਿ ਮੁਰੰਮਤ ਕਰਕੇ ਵੀ ਤੁਸੀਂ ਕਿੰਨੇ ਚਿਰ ਤੱਕ ਚਲਾ ਲਓਗੇ ਸਾਲ ਹੋਰ ਚੱਲ ਜਾਏਗਾ ਬੈਸਟ ਹੈ ਕਿ ਵੀ ਇਹਦੇ ਨਾਲੋਂ ਤਾਂ ਇਹ ਬਿਲਡਿੰਗ ਮਤਲਬ ਉਹ ਕਰਕੇ ਸਾਨੂੰ ਫਲੈਟ ਹੀ ਨਵਾਂ ਦੇ ਦੇਣ ਜਾਂ ਸਾਨੂੰ ਕੰਪਨਸੇਸ਼ਨ ਦੇ ਦੇਣ ਹੋਰ ਇਸ ਤੋਂ ਬਾਅਦ ਅਸੀਂ ਕੀ ਸੋਚ ਸਕਦੇ ਹਾਂ
ਹੈ ਨਾ, ਬੈਸਟ ਹੈ ਸਾਡੇ ਵਾਸਤੇ, ਕਿਉਂਕਿ ਫਲੈਟ ਦਾ ਤਾਂ ਕੋਈ ਵੈਸੇ ਧਰਨੇ ਲਾਵਾਂਗੇ, ਹੋਰ ਕੀ ਹੈ, ਧਰਨੇ ਲਾਵਾਂਗੇ, ਇਹਨਾਂ ਨਾਲ ਬੈਠ ਕੇ ਗੱਲ ਕਰਾਂਗੇ, ਕਿਉਂਕਿ ਮੀਟਿੰਗਸ ਵਿੱਚ ਤਾਂ ਖੁਦ ਵੀ ਸਾਡੇ ਨਾਲ ਗੱਲ ਹੀ ਨਹੀਂ ਕਰਦੇ ਹੈਗੇ। ਅਸੀਂ ਗਏ ਹਾਂ, ਬਲਕਿ ਹੁਣੇ ਸਰ ਨਾਲ ਤੁਹਾਡੇ ਨਾਲ ਗੱਲ ਹੋਈ ਆ, ਅਸੀਂ ਮੀਟਿੰਗਸ ਕਿੰਨੀਆਂ ਮੀਟਿੰਗਸ ਕਰ ਚੁੱਕੇ ਹਾਂ, ਨਹੀਂ ਗੱਲ ਕਰਦੇ ਹੈਗੇ ਸਾਡੇ ਨਾਲ, ਉਹ ਅਸੀਂ ਕੋਈ ਸੁਣਵਾਈ ਨਹੀਂ ਫਿਲਹਾਲ। ਅਸੀਂ ਸਰ ਕੋਆਪਰੇਟ ਵੀ ਕਰਨ ਦੀ ਕੋਸ਼ਿਸ਼ ਕੀਤੀ ਬਹੁਤ, ਹਰ ਜਿੱਦਾਂ ਉਹਨਾਂ ਨੇ ਕਿਹਾ ਅਸੀਂ ਤਾਂ ਉੱਦਾਂ ਹੀ ਕਹਿ ਦਿੱਤਾ ਕਿ ਚਲੋ ਤੁਸੀਂ ਰਿਪੇਅਰ ਹੀ ਕਰਕੇ ਦੇ ਦਿਓ, ਬਟ ਰਿਪੇਅਰ ਵੀ ਤਾਂ ਹੋਵੇ ਨਾ, ਰਿਪੇਅਰ 2 ਮਹੀਨੇ ਹੋ ਗਏ ਹੁਣ, ਤੁਸੀਂ ਕਿਰਾਇਆ ਨਹੀਂ ਦੇ ਰਹੇ, ਤੁਸੀਂ ਰਿਪੇਅਰ ਨਹੀਂ ਕਰ ਰਹੇ, ਕੁਝ ਵੀ ਨਹੀਂ ਕਰ ਰਹੇ, ਅਸੀਂ ਕਿੱਥੇ ਜਾਣਾ ਫਿਰ? ਅਸੀਂ ਤਾਂ ਕਿਰਾਏ ਤੇ, ਫਿਰ ਪਹਿਲਾਂ ਵੀ ਕਿਰਾਏ ਤੇ ਰਹਿ ਰਹੇ ਸੀ, ਹੁਣ ਵੀ ਕਿਰਾਏ ਤੇ ਰਹਿ ਰਹੇ ਹਾਂ, ਆਪਣਾ ਫਲੈਟ ਹੁੰਦੇ ਹੋਏ ਵੀ ਅਸੀਂ ਕਿਰਾਏ ਤੇ ਰਹਿ ਰਹੇ ਹਾਂ,